हाँ जी, वाहिगुरू जी का खालसा वाहिगुरू जी की फतेह। आप सदा ही ये सोचते हैं कि फ्रीडम ऑफ बिलीव है तो फ्रीडम ऑफ स्पीच है। हर बंदा चाहे वह किसी पत्थर नूं मनदा है, चाहे वह किसी बंदे नूं रब मनदा है, तो चाहे वह गुरु श्री गुरु ग्रंथ साहब जी नूं मनदा है। हर बंदे नूं फ्रीडम ऑफ बिलीव इत्थे है और रखना चाहिए। दूसरा पक्ष है फ्रीडम ऑफ स्पीच। असी किसी बारे कह सकते हैं कि मैं उन्होंने नहीं मानता, पर उसकी बेअदबी करनी, चाहे वो कोई मूर्ति होवे, चाहे वो कोई ग्रंथ होवे, इहदा हक किसी नूं नहीं है। सो कई साल पहला आप सारे ही जानते हैं कि 12-13 तरीक का धरना लगा सी कोटकपूरा चौंक दे विच, ते 14 तरीक नूं सवेरे बरगाड़ी जिहड़ा कोटकपूरा चौंक दे विच सवेरे आराम नाल पाठ करदियां संगतां दे उत्ते लाठीचार्ज किया गया सी प्रशासन वल्लों। उहदे संबंध विच सिट ने मैनूं अज बुलाया सी। अगला सवाल, किदां दी गलबात होई तुहाडी? सिट वल्लों पहला प्रश्न तुहानूं की कीता जी? सिट वल्लों उही क्वेश्चन जिहड़े ने ना जी, ये हुण तो लैके पहला भी 4 वार हो चुकिया। 4 वार सिट बनी है तो चारे वार उन्होंने जिहड़े जिहड़े अपने ते सवाल किए ने, जो उत्थे होया, जो उत्थे वापरिया, हूबहू उस तरह आप बयान करते रहे हैं, क्योंकि सच एक ही हुंदा है, वो कोई 2-4 तो हो नहीं सकते। ਜਿਹੜੇ ਪਹਿਲਾਂ ਸਿੱਟ ਬਣਦੀ ਰਹੀ ਹੈ ਉਹਦੇ ਕੋਲ ਜੋ ਬਿਆਨ ਦਿੰਦੇ ਰਹੇ ਆ, 3 ਵਾਰ ਪਹਿਲਾਂ ਬਿਆਨ ਦਰਜ ਹੋਏ ਹੈ, ਅੱਜ ਚੌਥੀ ਵਾਰੀ ਉਹੀ ਬਿਆਨ ਮੈਂ ਦਰਜ ਕਰਵਾ ਕੇ ਆਇਆ। ਤੇ ਸਵਾਲ ਜਿਹੜਾ ਉਹੀ ਪਹਿਲਾਂ ਵਾਲੀ ਸੀ ਕਿ ਉਹ ਕੀ ਹੋਇਆ ਸੀ ਜੀ ਉਹਦੇ ਵਿੱਚ, ਤੇ ਉਹ ਸਪਸ਼ਟ ਸੀ ਕਿ ਆਰਾਮ ਨਾਲ ਪਾਠ ਕਰਦੀਆਂ ਸੰਗਤਾਂ ਦੇ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਹੋਇਆ ਸੀ, ਪਾਣੀ ਦੀਆਂ ਬੁਛਾੜਾਂ ਹੋਈਆਂ ਸੀ। ਉਹ ਸਵਾਲ ਪਹਿਲਾਂ ਸੀ, ਉਵੇਂ ਜਿਵੇਂ ਦੱਸ ਦਿੱਤਾ ਗਿਆ ਸੀ। तो बार बार इन्नियां सिट्टां बन चुकियां ने, तुहानूं कोई लगदा कोई इंसाफ की किरण कोई नज़र आवेगी? उम्मीद तो देखो रखनी चाहिए है हमेशा। हुण जे असीं भगौड़े हो जाएंगे भी असीं इन्हां सामने नहीं जाना, तो इन्हां कोल बहाना हो जाएगा। सिट जिहड़ा भी सरकार कोल बहाना हो जाएगा भी हुण ये नहीं, गवाह ही नहीं आए जिहड़े उस वेले मौके के गवाह सी, उन्हां नूं जाना चाहिए है, वेखना चाहिए है। और उम्मीद असीं कदे भी नहीं छड्ड सकदे, उम्मीद तो करदे ही हैं कि उहदा इंसाफ मिलेगा। राजनीतिक पार्टियां नूं सियासी मुद्दे वजों उभार रही ने, तुहानूं की लगदा उभारना चाहिए जद कि धर्म की गल है? नहीं, गल धर्म की है तो सारिਆਂ ਨੂੰ सोचना ही चाहिए है कि गुरु ग्रंथ साहब सारिਆਂ ਦੇ ਸਾਂਝੇ ਹਨ, ਤੇ एक चैलेंज करके इश्तिहार ला के ਤੇ ਜਦੋਂ ਤੁਸੀਂ ਬੇਅਦਬੀ ਕਰੋਗੇ ਗੁਰੂ ਗ੍ਰੰਥ ਸਾਹਿਬ ਦੀ ਤਾਂ ਉਹ ਬੜਾ ਵੱਡਾ ਮੁੱਦਾ ਸੀ, ਔਰ ਇਹ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ। ਤਾਂ ਇਹ ਮੁੱਦਾ ਤਾਂ ਹੈਗਾ ਹੀ ਹੈ। ਉਸ ਵੇਲੇ ਦੇ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਨਾਲੇ ਉਸ ਵੇਲੇ ਤਾਂ ਜਿਹਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਹਾਂ, ਸਿੱਖਾਂ ਦੀ ਸਰਕਾਰ ਸੀ, ਉਸ ਵੇਲੇ ਤਾਂ ਚਾਹੀਦਾ ਸੀ ਇਹਨਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਨਸਾਫ ਹੈ, ਜੋ ਬੇਅਦਬੀ ਉੱਥੇ ਹੋਈ ਸੀ, ਉਹਦਾ ਇਨਸਾਫ ਸਹੀ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਸੀ। ਉਹਦਾ ਮਾਸਟਰ ਮਾਈਂਡ ਲੱਭਣ ਦੀ ਬਜਾਏ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਮਾਸਟਰ ਮਾਈਂਡ ਲੱਭਣ ਦੀ ਬਜਾਏ ਰੋਸ ਧਰਨੇ ਵਿੱਚ ਬੈਠੀਆਂ ਸੰਗਤਾਂ ਉੱਤੇ ਲਾਠੀਚਾਰਜ ਕਰ ਦਿੱਤਾ ਗਿਆ, ਜੋ ਕਿ ਬੜਾ ਗਲਤ ਸੀ। ਬਾਬਾ ਜੀ, ਹੋਰ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਲਗਾਤਾਰ ਜਾਰੀ ਨੇ, ਤੁਹਾਨੂੰ ਕੀ ਲੱਗਦਾ ਕੋਈ ਏਜੰਸੀਆਂ ਦੇ ਕੰਮ ਨੇ ਕਿਸੇ ਦੇ? ਉਹ ਤਾਂ ਹੁਣ ਇਹਨਾਂ ਨੇ ਘੋਖ ਕਰਨੀ ਹੈ ਜੀ ਕਿ ਕੌਣ ਕਰਵਾ ਰਿਹਾ, ਇਹਦੇ ਪਿੱਛੇ ਕੌਣ ਹੋ ਸਕਦਾ। ਉਹ ਤਾਂ ਚਾਹੀਦਾ ਇਹਨਾਂ ਨੂੰ ਏਜੰਸੀਆਂ ਹੀ ਹੋ ਸਕਦੀਆਂ ਨੇ ਜਾਂ ਕੋਈ ਕੁਛ ਵੀ ਹੋ ਸਕਦਾ। ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਕੌਣ ਹੈ, ਪਰ ਇਹ ਤਾਂ ਸਰਕਾਰ ਨੂੰ ਲੱਭਣਾ ਚਾਹੀਦਾ ਸੀ। ਹਾਂਜੀ ਆਪਾਂ ਜੀ ਉਸ ਵੇਲੇ ਕਿਹਾ ਜਾਂਦਾ ਸੀ ਕਿ ਜਿਹੜਾ ਇਹ ਹੁਕਮ ਹੋਇਆ ਸੀਗਾ ਧਰਨਾ ਚੱਕਣ ਦਾ, ਐਸਡੀਐਮ ਦਾ ਹੁਕਮ ਸੀਗਾ, ਬਾਕੀ ਐਸਡੀਐਮ ਦਾ ਹੁਕਮ ਸੀਗਾ ਜਾਂ ਕਿ ਪੁਲਿਸ ਵੱਲੋਂ ਧੱਕਾ ਕੀਤਾ ਗਿਆ ਸੀ? ਮੇਰਾ ਮੰਨਣਾ ਇਹ ਹੈ ਜੀ, ਮੈਂ ਉੱਥੇ ਵੀ ਸਿੱਟ ਵਿੱਚ ਬੋਲ ਕੇ ਆਇਆ ਬਈ ਪੱਤਾ ਵੀ ਹਿੱਲਦਾ ਆ, ਉਹਦਾ ਸਰਕਾਰ ਨੂੰ ਪਤਾ ਹੁੰਦਾ ਹੈ। ਜਿਹੜਾ ਮੁੱਦਾ ਐਡਾ ਵੱਡਾ ਸੀ ਔਰ ਸਾਡੇ ਵਰਗੇ ਬੰਦੇ ਜਾਂ ਜਿਹੜੇ ਵੀ ਪ੍ਰਚਾਰਕ ਸੀ ਜਾਂ ਕੁਝ ਮੋਹਤਬਰ ਬੰਦੇ ਉੱਥੇ ਬੈਠੇ ਹੈ ਔਰ ਸਾਰਾ ਪੰਜਾਬ ਬੰਦ ਹੋ ਗਿਆ ਹੈ, ਤੇ ਇਹ ਇਕੱਲੇ ਪ੍ਰਸ਼ਾਸਨ ਦਾ ਆਪਣਾ ਨਿੱਜੀ ਫੈਸਲਾ ਨਹੀਂ ਹੋ ਸਕਦਾ। ਸਰਕਾਰ ਤੋਂ ਉਸ ਵੇਲੇ ਦੇ ਵੱਡੇ ਲੀਡਰਾਂ ਤੋਂ ਪੁੱਛੇ ਬਿਨਾ ਲਾਠੀਚਾਰਜ ਨਹੀਂ ਹੋ ਸਕਦਾ। ਜੇ ਲਾਠੀਚਾਰਜ ਹੋਇਆ, ਜੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਹੈ, ਜੇ ਉੱਥੇ जो भी होया
ਉਹਦੇ ਵਿੱਚ ਇਹ ਨਹੀਂ ਹੋ ਸਕਦਾ ਕਿ ਉਸ ਵੇਲੇ ਦੇ ਪ੍ਰਮੁੱਖ ਲੀਡਰਾਂ ਨੂੰ ਇਹਦੇ ਬਾਰੇ ਪਤਾ ਨਾ ਹੋਵੇ। ਵੱਡੇ ਅਫਸਰਾਂ ਨੂੰ ਵੀ ਪਤਾ ਸੀ ਤੇ ਮੇਨ ਲੀਡਰਾਂ ਨੂੰ ਵੀ ਪਤਾ ਸੀ, ਕਿਉਂਕਿ ਘਟਨਾ ਵਰਲਡ ਵਾਈਡ ਇਹ ਫੈਲ ਚੁੱਕੀ ਸੀ, ਸਾਰੇ ਸੰਸਾਰ ਪੱਧਰ ਤੇ ਉਹਦਾ ਜ਼ਿਕਰ ਹੋ ਰਿਹਾ ਸੀ। ਕੱਲਾ ਕੱਲਾ ਸਿੱਖ ਉਦੋਂ ਰੌਲਾ ਪਾ ਰਿਹਾ ਸੀ, ਤਾਂ ਸਰਕਾਰ ਨੂੰ ਕਿਵੇਂ ਨਹੀਂ ਪਤਾ ਹੋਏਗਾ ਵੀ ਕੀ ਬਰਗਾੜੀ ਵਿੱਚ ਇੰਨੇ ਬੰਦੇ ਬੈਠੇ ਹੈ, ਕੌਣ ਕੌਣ ਬੰਦੇ ਬੈਠੇ ਹੈ, ਉਹਨਾਂ ਤੇ ਲਾਠੀ ਚਾਰਜ ਹੋਣ ਲੱਗਿਆ, ਇਹ ਉਹਨਾਂ ਨੂੰ ਸਾਰਾ ਪਤਾ ਹੋਏਗਾ, ਅੱਜ ਚਾਹੇ ਉਹ ਮੁੱਕਰ ਜਾਣ। ਕਿੰਨੇ ਕੁ ਸਵਾਲ ਹੈ ਤੁਹਾਡੇ ਤੋਂ ਜਿਹੜੇ ਪੂਰੀ ਪੁੱਛਗਿੱਛ ਦੇ ਵਿੱਚ ਕੀਤੇ ਗਏ, ਔਰ ਪੁਰਾਣੀ ਐਸਆਈਟੀ ਤੋਂ ਔਰ ਹੁਣ ਵਾਲੀ ਐਸਆਈਟੀ ਦੇ ਵਿੱਚ ਕੋਈ ਸਵਾਲਾਂ ਦੇ ਵਿੱਚ ਫਰਕ ਨਜ਼ਰ ਆਇਆ ਤੁਹਾਨੂੰ? ਨਹੀਂ, ਸਵਾਲ ਤਾਂ ਇੱਕੋ ਜਿਹੇ ਹੀ ਹੈ ਸਾਰਿਆਂ ਦੇ ਵੀ ਕੀ ਤੁਸੀਂ ਉੱਥੇ ਜੋ ਹੋਇਆ ਤੁਸੀਂ ਸਾਨੂੰ ਬਿਆਨ ਕਰ ਦਿਓ। ਜੋ ਸਾਡੀਆਂ ਸਟੇਟਮੈਂਟਾਂ ਨੇ ਪਹਿਲਾਂ ਵੀ ਉਹੀ ਸੀ ਤੇ ਅੱਜ ਵੀ ਉਹੀ ਨੇ। ਜੋ ਅਸੀਂ ਉਸ ਵੇਲੇ ਹੋਇਆ ਸੀ ਉਹ ਸੱਚ ਆਪਣਾ ਬਿਆਨ ਕਰ ਦਿੱਤਾ, ਪਹਿਲਾਂ ਵੀ ਕਰਦੇ ਰਹੇ ਹਾਂ, ਇਸ ਵਾਰੀ ਵੀ ਕਰਕੇ ਆਏ। ਲਗਾਤਾਰ 3 ਘੰਟੇ ਤੱਕ ਲਗਭਗ ਪੁੱਛਗਿੱਛ ਤੁਹਾਡੇ ਤੋਂ ਕੀਤੀ ਗਈ। ਹਾਂਜੀ। ਇੰਨੇ ਟਾਈਮ ਦੇ ਵਿੱਚ ਕੋਈ ਸਵਾਲ ਜਵਾਬ ਕਾਫੀ ਹੋਣਗੇ, ਕਿੰਨੇ ਕੁ ਸਵਾਲਾਂ ਦੀ ਗਿਣਤੀ ਸੀ? ਕੀ ਉਹ ਪਹਿਲਾਂ ਵੀ ਲਿਸਟ ਲੈ ਕੇ ਬੈਠੇ ਸੀ ਜਾਂ ਗੱਲਾਂ ਦੇ ਨਹੀਂ, ਇੱਦਾਂ ਨਹੀਂ, ਉਹ ਖੁੱਲ੍ਹ ਕੇ ਹੌਲੀ ਹੌਲੀ ਸਮਝਣਾ ਚਾਹ ਰਹੇ ਸੀ, ਬਰੀਕੀਆਂ ਕਈ ਗੱਲਾਂ ਦੀਆਂ ਵੀ SGPC ਦਾ ਸਿਸਟਮ ਕੀ ਹੈ, ਜਾਂ ਜਿਹੜੇ ਆਪਾਂ ਕੁਝ ਪ੍ਰਚਾਰਕ ਨੇ ਜਿਹੜੇ ਲੌਜੀਕਲ ਗੱਲ ਕਰਦੇ ਨੇ, ਕੁਝ ਪ੍ਰਚਾਰਕ ਨੇ ਜਿਹੜੇ ਪੁਰਾਣੀਆਂ ਪਰੰਪਰਾਵਾਂ ਨੂੰ ਮੰਨਣ ਵਾਲੇ ਨੇ। ਉੱਥੇ ਧਰਨੇ ਦੇ ਵਿੱਚ ਬੈਠਿਆਂ ਦੇ ਵਿੱਚ ਕੌਣ ਬੰਦੇ ਸੀ ਜਿਹੜੇ ਥੋੜ੍ਹੇ ਜਿਹੇ ਹਟ ਕੇ ਗੱਲ ਕਰਨ ਵਾਲੇ ਨੇ, ਜੋ ਕਿ ਫਿਊਚਰ ਦੇ ਵਿੱਚ ਇੱਕ ਗਰੁੱਪ ਬਣਾ ਕੇ SGPC ਤੇ ਵੱਧ ਸਕਦੇ ਸੀ। ਇਹ ਕਈ ਗੱਲਾਂ ਇਸ ਟਾਈਪ ਦੀਆਂ ਖੁੱਲ੍ਹ ਕੇ ਹੋਈਆਂ। ਕਿਹਾ ਜਾਂਦਾ ਕਿ ਗਰਮ ਦਲੀ ਹੈ, ਕੁਝ ਕਿਹਾ ਜਾਂਦਾ ਕਿ ਨਰਮ ਦਲੀ ਹੈ, ਤਾਂ ਕੁਝ ਉਸ ਤਰ੍ਹਾਂ ਦੀ ਗੱਲਬਾਤ ਤੁਹਾਡੇ ਕੋਲ ਪੁੱਛੀ ਗਈ ਕਿ ਕਿਹੜੇ ਗਰਮ ਦਲ ਦੇ ਤੁਹਾਨੂੰ ਲੱਗਦੇ ਸੀ? ਨਹੀਂ, ਇੱਦਾਂ ਦੀ ਗੱਲ ਉਹਨਾਂ ਨੇ ਨਹੀਂ ਕੀਤੀ, ਇੱਦਾਂ ਦੀ ਨਹੀਂ ਕੀਤੀ। ਬਸ ਇਹੀ ਕਿਹਾ ਸੀ ਕਿ ਕਿਤੇ ਨਾ ਕਿਤੇ ਉਹ ਗੁੱਸਾ ਕਿਉਂ ਸੀ, ਜੋ ਮੈਂ ਵੀ ਮਹਿਸੂਸ ਕਰਦਾ ਕਿ ਜਿਹੜੇ ਸਾਡੇ ਵਰਗੇ ਬੰਦੇ ਹੈ, ਕੁਝ ਬੰਦੇ ਹੈਗੇ ਹੈ ਪ੍ਰਚਾਰਕ ਜਿਹੜੇ ਹੈ, ਜਿਹੜੀ ਕਿ ਥੋੜ੍ਹੇ ਜਿਹੇ ਲੌਜਿਕ ਨਾਲ ਗੱਲ ਕਰਦੇ ਹੈ, ਜੰਗ ਜਨਰੇਸ਼ਨ ਵੱਲ ਵੇਖ ਕੇ ਵੀ ਜਿਹੜੇ ਉਹਨਾਂ ਨੂੰ ਅਸੀਂ ਧਰਮ ਵਾਲੇ ਪਾਸੇ ਲੈ ਕੇ ਆਈਏ, ਤੇ ਉਹਦੇ ਤੋਂ ਸਾਡੇ ਪਰੰਪਰਾਵਾਦੀ ਲੋਕ ਜਿਹੜੇ ਆ ਸਾਰੇ ਦੁਖੀ ਹੈਗੇ ਹੀ ਹੈ। ਜਿਹੜਾ ਗਰੁੱਪ ਉੱਥੇ ਬੈਠਾ ਸੀ, ਇੱਦਾਂ ਕਹਿ ਲਓ ਇਹਨਾਂ ਦੇ ਹਿਸਾਬ ਨਾਲ ਤਾਂ ਬੋਲ ਭੜਾਕਣੇ ਹਰ ਗੱਲ ਮੂੰਹ ਤੇ ਬੋਲਦੇ ਆ, ਖੁੱਲ੍ਹ ਕੇ ਕਹਿ ਦਿੰਦੇ ਆ, ਲੀਡਰਾਂ ਨੂੰ ਵੀ ਕਹਿ ਦਿੰਦੇ ਆ, ਤੇ ਇਹਨਾਂ ਨੂੰ ਉਹ ਵੀ ਗੁੱਸਾ ਸੀ ਸਾਡੇ ਤੇ। ਨਹੀਂ, ਪੈਰਾਮੀਟਰ ਤਾਂ ਦੇਖੋ, ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟਿਆ ਵੀਰ ਜੀ ਕਿ ਚਾਹੇ ਕੋਈ ਪੱਥਰ ਤੇ ਵੀ ਸ਼ਰਧਾ ਬਣਾ ਕੇ ਬੈਠਾ ਨਾ, ਬਲੀਵ ਹੈ, 1000 ਬੰਦਾ ਆ ਟੇਬਲ ਨੂੰ ਮੱਥਾ ਟੇਕਦਾ ਹੈ, ਤੇ ਮੈਨੂੰ ਨਹੀਂ ਚਾਹੀਦਾ ਕਿ ਮੈਂ ਇਸ ਟੇਬਲ ਨੂੰ ਲੱਤ ਮਾਰਾਂ, ਮੈਂ ਇਹਦੀ ਬੇਇੱਜ਼ਤੀ ਕਰਾਂ, ਕਿਉਂਕਿ ਉਹ ਸਤਿਕਾਰ ਕਰਦਾ ਹੈ। ਮੈਂ ਇਹ ਕਹਿ ਸਕਦਾ ਵੀ ਟੇਬਲ ਤੇ ਸ਼ਰਧਾ ਬਣਾਉਣੀ ਮਾੜੀ ਗੱਲ ਹੈ, ਫਰੀडम ਆਫ ਸਪੀਚ ਮੇਰਾ ਹੱਕ ਹੈ, ਪਰ ਬਲੀਵ ਹੈ ਜਿਹੜਾ ਉਹ ਅਗਲੇ ਦਾ ਹੱਕ ਹੈ, ਰਾਈਟ ਹੈ। ਉਹ ਇਹਨੂੰ ਰੱਬ ਮੰਨਣਾ ਚਾਹੁੰਦਾ ਟੇਬਲ ਨੂੰ ਤਾਂ ਮੰਨ ਲਵੇ, ਸਾਨੂੰ ਇਹਦੇ 'ਚ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ। ਮੈਂ ਬੋਲ ਸਕਦਾ, ਮੈਂ ਬਾਂਹ ਨਹੀਂ ਫੜ ਸਕਦਾ ਕਿਸੇ ਨੂੰ। ਸੋ ਉਹ ਜੋ ਹੋਇਆ ਸੀ ਉਹ ਮਾੜਾ ਸੀ, ਕਿਤੇ ਵੀ ਨਾ ਹੋਵੇ। ਤੇ ਇਹ ਹਰ ਇੱਕ ਦੀ ਬਲੀਵ ਦੀ ਰਾਖੀ ਕਰਨਾ ਹਰ ਗਵਰਨਮੈਂਟ ਦਾ ਫਰਜ਼ ਬਣਦਾ ਹੈ, ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ। ਉਹ ਕੱਲਾ ਮੇਰੀ ਗੱਲ ਨਹੀਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਕਹਿੰਦੇ ਆ, ਚਾਹੇ ਉਹ ਕੋਈ ਕਬਰ ਵੀ ਕਿਉਂ ਨਾ ਹੋਵੇ। ਮੈਂ ਟੇਬਲ ਦੀ ਗੱਲ ਕਰ ਰਿਹਾ ਨਾ ਜੀ, ਚਾਹੇ ਕਬਰ ਵੀ ਕਿਉਂ ਨਾ ਹੋਵੇ, ਇਹ ਹੱਕ ਬਣਦਾ, ਸਾਡਾ ਹੱਕ ਹੈ। ਅਸੀਂ ਕਿਸੇ ਚੀਜ਼ ਨੂੰ ਮੰਨਦੇ ਹਾਂ, ਉਹਦੀ ਬੇਅਦਬੀ ਕੋਈ ਨਾ। ਮਸਲਾ ਇਹ ਸਿੱਟ ਦਾ ਹੈਗਾ, ਇਹ ਕੋਟਕਪੂਰਾ ਜਿਹੜਾ ਗੋਲੀकांड ਹੋਇਆ ਉਹਦੇ ਬਾਰੇ ਬੇਅਦਬੀ ਹੁੰਦੀ ਹੈ, ਪੋਸਟਰ ਲਗਾਏ ਜਾਂਦੇ ਨੇ, ਧਰਨੇ ਲੱਗਦੇ ਨੇ, ਉਸ ਤੋਂ ਬਾਅਦ ਐਟ ਦੀ ਐਂਡ ਅਸੀਂ ਕਹਿ ਸਕਦੇ ਹਾਂ ਕਿ ਗੋਲੀकांड ਦਾ ਜ਼ਿਕਰ ਹੁੰਦਾ ਹੈ, ਤਾਂ ਜਿਹੜੀ ਬੈਕਗਰਾਉਂਡ ਤਿਆਰ ਹੁੰਦੀ ਹੈ ਉਸ ਦੇ ਬਾਰੇ ਕੋਈ ਜ਼ਿਕਰ ਅੱਜ ਤੁਹਾਡੇ ਵੱਲੋਂ ਕੀਤਾ ਗਿਆ? ਨਹੀਂ, ਉਹਨਾਂ ਨੇ ਇਹੀ ਪੁੱਛਿਆ ਸੀ ਵੀ ਤੁਸੀਂ ਇਹ ਮਸਲਾ ਹੀ ਐਡਾ ਵੱਡਾ ਕਿਉਂ ਹੋਇਆ। ਮਸਲੇ ਤਾਂ ਪਹਿਲਾਂ ਵੀ ਸੀ, ਪਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਸੀ ਵੀ ਬੇਅਦਬੀਆਂ ਤਾਂ ਬਹੁਤ ਥਾਵਾਂ 'ਤੇ ਹੁੰਦੀਆਂ ਨੇ, ਅੱਜ ਵੀ ਹੋ ਰਹੀਆਂ ਨੇ, ਪਰ ਉਸ ਵੇਲੇ ਬਕਾਇਦਾ ਇਸ਼ਤਿਹਾਰ ਲਾ ਕੇ, ਪੋਸਟਰ ਛਾਪ ਕੇ, ਚੈਲੰਜ ਕਰਕੇ ਉਹ ਸਾਰਾ ਕੁਝ ਕੀਤਾ ਸੀ। ਜਦੋਂ ਇਸ਼ਤਿਹਾਰ ਲਾ ਦਿੱਤੇ ਗਏ ਸੀ ਤਾਂ ਪ੍ਰਸ਼ਾਸਨ ਨੂੰ ਹਰਕਤ ਵਿੱਚ ਆ ਕੇ ਉਸੇ ਵੇਲੇ ਐਕਸ਼ਨ ਲੈਣਾ ਚਾਹੀਦਾ ਸੀ। ਐਕਸ਼ਨ ਨਹੀਂ ਲਿਆ, ਉਹਨਾਂ ਨੇ ਫਿਰ ਪੱਤਰੇ ਜਿਹੜੇ ਸੀ ਜਗ੍ਹਾ ਜਗ੍ਹਾ ਗੁਰੂ ਗ੍ਰੰਥ ਸਾਹਿਬ ਦੇ ਖਿਲਾਰ ਦਿੱਤੇ, ਤੇ ਉਹਦੇ ਉੱਤੇ ਉਹਦੇ ਰੋਸ ਵਜੋਂ ਸਾਰਾ ਧਰਨਾ ਲੱਗਾ ਸੀ। ਹਾਂਜੀ, ਜਿਸ ਤਰ੍ਹਾਂ ਪੱਤਰੇ ਖਿਲਾਰ ਦੀ ਜੇ ਤੁਸੀਂ ਗੱਲ ਕਰਦੇ, ਪੋਸਟਰ ਲਗਾਉਣ ਦੀ ਗੱਲ ਕਰਦੇ, ਤਾਂ ਖਾਸ ਤਬਕੇ ਦੇ ਨਾਲ ਜੁੜੇ ਹੋਏ ਲੋਕਾਂ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ। ਕੀ ਲੱਗਦਾ ਹੈ ਕਿ ਉਹਨਾਂ ਦਾ ਵੀ ਇਸ ਚੀਜ਼ ਦੇ ਨਾਲ ਲਿੰਕ ਜੁੜਦਾ ਹੈਗਾ, ਬੇਅਦਬੀ ਦੀ ਘਟਨਾਵਾਂ ਤੋਂ ਲੈ ਕੇ ਗੋਲੀकांड ਤੱਕ ਦਾ ਜ਼ਿਕਰ ਕਰਦੇ? ਹਾਂ, ਉਹ ਤਾਂ ਫਿਰ ਜੇ ਉਹ ਤਾਂ ਸਾਹਮਣੇ ਆਊਗਾ ਹੀ ਜੀ। ਉਹ ਤਾਂ ਜਿੱਦਾਂ ਪਹਿਲਾਂ ਅੱਜ ਤੱਕ ਦੱਸਿਆ ਜਾਂਦਾ ਰਿਹਾ ਹੈ ਕਿ ਸਰਸੇ ਵਾਲਿਆਂ ਦੇ ਜਿਹੜੇ ਪ੍ਰੇਮੀ ਸੀ, ਉਹ
ਉਹਨਾਂ ਦਾ ਇਹਦੇ ਵਿੱਚ ਰੋਲ ਹੈਗਾ ਆ, ਉਹ ਤਾਂ ਪਤਾ ਲੱਗ ਜਾਣਾ ਆਉਣ ਵਾਲੇ ਸਮੇਂ। ਸਾਰੇ ਏਜੰਡੇ ਇਹਨਾਂ ਨੇ ਵਰਤਨੇ ਹੁੰਦੇ ਆ, ਪਰ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਏਜੰਡਾ ਆ ਇਹਨੂੰ ਨਹੀਂ ਵਰਤਣਾ ਚਾਹੀਦਾ। ਜੇ ਇਹਨਾਂ ਨੇ ਕਸਮਾਂ ਖਾਧੀਆਂ ਨੇ ਜਾਂ ਜੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਰਗਾੜੀ ਦਾ ਇਨਸਾਫ ਦਿਵਾਵਾਂਗੇ ਤਾਂ ਉਹ ਦੇਣਾ ਚਾਹੀਦਾ ਹੈ। ਵੀ ਉਮੀਦ ਤੇ ਦੁਨੀਆ ਕਾਇਮ ਹੈ। ਪਹਿਲਾਂ 3 ਵਾਰ ਅੱਗੇ ਬਿਆਨ ਦੇ ਕੇ ਆਏ ਆ, 3 ਵਾਰ ਸਿੱਟ ਬਣੀ ਹੈ, ਹੁਣ ਚੌਥੀ ਵਾਰ ਬਣੀ ਹੈ, ਤੇ ਇਸ ਕਰਕੇ ਅਸੀਂ ਤਾਂ ਉਮੀਦ ਹੀ ਕਰ ਸਕਦੇ ਹਾਂ। ਹੁਣ ਜੇ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਉਮੀਦ ਕੋਈ ਨਹੀਂ, ਅਸੀਂ ਇਹਨਾਂ ਸਾਹਮਣੇ ਜਾਣਾ ਨਹੀਂ, ਜੇ ਅਸੀਂ ਇਹ ਕਵਾਂਗੇ ਤਾਂ ਫਿਰ ਤਾਂ ਉਹਨਾਂ ਕੋਲ ਖੁੱਲ੍ਹਾ ਸੌਖਾ ਹੋ ਗਿਆ ਉਹਨਾਂ ਲਈ ਵੀ ਗਵਾਹ ਹੀ ਨਹੀਂ ਆਏ, ਅਸੀਂ ਕੀ ਕਰੀਏ, ਸਿੱਟ ਅੱਗੇ ਤੋਂ ਬਣੇਗੀ ਹੀ ਨਹੀਂ। ਅਸੀਂ ਆਪਣੀ ਜੋ ਸੱਚ ਉੱਥੇ ਹੋਇਆ, ਜੋ ਵੇਖਿਆ, ਉਹ ਜਾ ਕੇ ਇਹਨਾਂ ਦੇ ਸਾਹਮਣੇ ਰੱਖ ਦਿੰਦੇ ਆ। ਸਾਰੀ ਦੁਨੀਆ ਵੀ ਵੇਖ ਰਹੀ ਹੈ ਵੀ ਸਿੱਟ ਵੀ ਬਣੀ ਸੀ, ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਫਿਰ ਸਿੱਟ ਬਣੀ ਸੀ, ਫਿਰ ਗਵਾਹ ਭੁਗਤੇ ਸੀ, ਹੁਣ ਫਿਰ ਸਿੱਟ ਬਣੀ, ਹੁਣ ਫਿਰ ਗਵਾਹ ਭੁਗਤ ਰਹੇ। ਉਹ ਸਾਰੇ ਲੋਕ ਵੇਖ ਰਹੇ ਹੈ, ਤੇ ਜੇ ਨਹੀਂ ਕੋਈ ਇਨਸਾਫ ਹੋਏਗਾ ਤਾਂ ਵੀ ਲੋਕ ਵੇਖ ਲੈਣਗੇ। ਫਿਰ ਅਗਲੀ ਕਚਹਿਰੀ ਹੁੰਦੀ ਹੈ ਜਨਤਾ ਦੀ ਕਚਹਿਰੀ। ਡੈਮੋਕ੍ਰੇਸੀ ਵਿੱਚ ਇੱਕ ਜੱਜ ਹੈ, ਇੱਕ ਉਹ ਕਚਹਿਰੀ ਲੱਗਦੀ ਹੈ, ਫਿਰ ਜਨਤਾ ਦੀ ਕਚਹਿਰੀ ਲੱਗਦੀ। ਉਹ ਬਈ ਡੇਰਾਵਾਦ ਜਿਹੜੀ ਪੰਜਾਬ ਦੀ ਰਾਜਨੀਤੀ ਨੂੰ ਦਰਜਨੇ ਡੇਰਾਵਾਦ ਨਾਲ ਜੋੜਿਆ ਜਾਂਦਾ ਹੈ। 2022 ਦੀਆਂ ਚੋਣਾਂ ਭਵਿੱਖ 'ਚ ਖੜੀਆਂ ਨੇ। ਹਾਂਜੀ, ਕਿੱਦਾਂ ਦੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਵੀ ਕਿੱਦਾਂ ਦਾ ਲੋਕਤੰਤਰ ਕਿੱਦਾਂ ਦਾ ਹੋਣਾ ਚਾਹੀਦਾ? ਹਾਂ, ਲੋਕਤੰਤਰ ਵਾਸਤੇ ਤਾਂ ਗੱਲ ਕਲੀਅਰ ਹੈ ਜੀ ਕਿ ਅਸੀਂ ਖੁਦ ਸਿਆਣੇ ਹੋਈਏ, ਚਾਹੇ ਉਹ ਕੋਈ ਹੋਵੇ। ਅਸੀਂ ਬੋਤਲਾਂ ਦੇ ਉੱਤੇ ਨਾ ਵਿਕੀਏ, ਆਪਣੇ ਆਪ ਨੂੰ ਨਾ ਵੇਚੀਏ। ਜਦੋਂ ਅਸੀਂ ਆਪਣੀ ਵੋਟ ਵੇਚ ਦਿੰਦੇ ਹਾਂ ਤਾਂ ਆਪਣੀ ਜ਼ਮੀਰ ਵੇਚ ਦਿੰਦੇ ਹਾਂ। ਸਾਨੂੰ ਸੋਚਣਾ ਚਾਹੀਦਾ, ਸਮਝਦਾਰ, ਇਮਾਨਦਾਰ, ਮਿਹਨਤੀ ਲੀਡਰ ਜਿਹੜੇ ਹੈ ਉਹ ਅੱਗੇ ਲੈ ਕੇ ਆਉਣੇ ਚਾਹੀਦੇ ਆ, ਜਿਹੜੇ ਸਾਡਾ ਲੋਕਾਂ ਦਾ ਭਲਾ ਕਰ ਸਕਣ, ਕੁਝ ਕਰ ਸਕਣ। ਹਾਂਜੀ, ਜਿਹੜਾ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਕਣ। ਲੋਕਾਂ ਨੂੰ ਭਿਖਾਰੀ ਬਣਾਉਣ ਦੀ ਬਜਾਏ ਰੁਜ਼ਗਾਰ ਦਿੱਤਾ ਜਾਵੇ। ਅਗਲਾ ਇੱਜ਼ਤ ਨਾਲ, ਅਣਖ ਨਾਲ, ਭਿਖਾਰੀ ਬਣ ਕੇ ਨਹੀਂ, ਇੱਜ਼ਤਦਾਰ ਬਣ ਕੇ, ਸਿਰ ਉੱਚਾ ਕਰਕੇ ਆਪਣੀ ਜ਼ਿੰਦਗੀ ਜੀਵੇ। ਬੱਚਿਆਂ ਨੂੰ ਰੁਜ਼ਗਾਰ ਜਿਹੜੀ ਵੀ ਪਾਰਟੀ ਦਿੰਦੀ ਹੈ ਜਾਂ ਜਿਹੜੇ ਵੀ ਬੰਦੇ ਅੱਗੇ ਲੱਗਦੇ ਆ ਉਹਨਾਂ ਨੂੰ ਅੱਗੇ ਲਾਉਣਾ ਚਾਹੀਦਾ ਸਾਨੂੰ। ਉਹ ਬਾਕੀ ਇਹ ਲੋਕਾਂ ਨੇ ਸੋਚਣਾ ਕਿ ਉਹ ਆਪ ਸਿਆਣੇ ਬਣਨ ਔਰ ਸਿਆਣੇ ਲੀਡਰ ਚੁਣ। ਅਸੀਂ ਉੱਦਾਂ ਦੀ ਸਰਕਾਰ ਹੀ ਸਾਨੂੰ ਮਿਲਦੀ ਹੈ ਜਿੱਦਾਂ ਦਾ ਅਸੀਂ ਡਿਜ਼ਰਵ ਕਰਦੇ ਹਾਂ। ਹਰ ਕੌਮ ਨੂੰ, ਹਰ ਦੇਸ਼ ਨੂੰ ਉੱਦਾਂ ਦੀ ਸਰਕਾਰ ਹੀ ਮਿਲਦੀ ਹੈ ਜਿੱਦਾਂ ਦੀ ਲੋਕ ਡਿਜ਼ਰਵ ਕਰਦੇ ਹੈ। ਜੇ ਅਸੀਂ ਕਹਿੰਦੇ ਹਾਂ ਸਾਡੀਆਂ ਸਰਕਾਰਾਂ ਮਾੜੀਆਂ ਰਹੀਆਂ ਨੇ, ਇਹਦਾ ਮਤਲਬ ਜਿਨ੍ਹਾਂ ਨੇ ਚੁਣੇ ਨੇ ਉਹ ਮਾੜੇ ਹਨ। ਤੇ ਜੇ ਉਹ ਚਾਹੁੰਦੇ ਹੈ ਕਿ ਸਰਕਾਰਾਂ ਚੰਗੀਆਂ ਹੋਣ, ਸਿਸਟਮ ਚੰਗਾ ਹੋਵੇ, ਤੇ ਆਪ ਚੰਗੇ ਬਣਨਾ ਪੈਣਾ ਹੈ। ਬੋਤਲਾਂ ਤੇ ਵਿਕਣਾ ਛੱਡ ਦਈਏ। ਅਸੀਂ ਖੁਦ ਸੋਚੀਏ, ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੀਏ ਤੇ ਪੰਜਾਬ ਬਾਰੇ ਸੋਚੀਏ। ਹਾਂਜੀ, ਨਹੀਂ ਦੇਖੋ, ਜੇ ਮੇਰੇ ਜਾਣ ਕਰਕੇ ਸਾਡਾ ਟਕਸਾਲੀ ਗਰੁੱਪ ਰੌਲਾ ਪਾਉਂਦਾ ਹੈ, ਪੱਗਾਂ ਲਾਉਂਦਾ ਹੈ, ਤੇ 1000 ਬੰਦਾ ਪੁਲਿਸ ਦਾ ਲੱਗਦਾ ਹੈ, ਉਹ ਮੈਨੂੰ ਨਹੀਂ ਲੱਗਦਾ ਕਿ ਮੈਂ ਇਹੋ ਜਿਹੇ ਮਾਹੌਲ ਵਿੱਚ ਪ੍ਰੋਗਰਾਮ ਕਰ ਸਕਦਾ। ਹਾਂ, ਬਹੁਤ ਮੈਨੂੰ ਤਾਂ ਬਹੁਤ ਕਹਿੰਦੇ ਨੇ ਕਿ ਤੁਸੀਂ ਪ੍ਰੋਗਰਾਮ ਕਰੋ, ਪਰ ਮੈਂ ਆਪਣਾ ਪ੍ਰੋਗਰਾਮ ਇੱਥੇ ਕਰਦਾ। ਮੈਂ ਨਹੀਂ ਚਾਹੁੰਦਾ ਕਿ ਕਿਸੇ ਸਿੱਖ ਦਾ ਕਤਲ ਹੋਵੇ, ਕੋਈ ਰੌਲਾ ਪਵੇ, ਕੋਈ ਲੜਾਈ ਪਵੇ। ਉਹਦੇ ਨਾਲੋਂ ਚੰਗਾ ਤੁਸੀਂ ਆਪਣੇ ਘਰ ਬੈਠ ਜਾਓ। ਮੈਂ ਆਪਣੇ ਘਰ ਬੈਠਾ ਇੱਥੇ ਆਪਣਾ ਪ੍ਰੋਗਰਾਮ ਕਰ ਲੈਂਦਾ, ਪਰ ਜੇ ਮੈਂ ਜਾਊਂਗਾ ਤਾਂ ਕੋਈ ਰੌਲਾ ਪਊਗਾ, ਰੌਲਾ ਪਏਗਾ ਤਾਂ ਸਿੱਖ ਲੜਦੇ ਚੰਗੇ ਨਹੀਂ ਲੱਗਦੇ। ਹੁਣ ਇੱਥੇ ਤੁਸੀਂ ਸਾਰੇ ਬੰਦੇ ਆਏ ਹੋਏ ਬੈਠੇ ਹੋ ਮੇਰੇ ਕੋਲ, ਤੁਹਾਡੇ ਵਿੱਚੋਂ ਕੱਲ੍ਹ ਨੂੰ ਕੋਈ ਬਲਾਤਕਾਰ ਦੇ ਵਿੱਚ ਫਸ ਜਾਂਦਾ, ਉਹਦੇ ਵਿੱਚ ਮੈਂ ਦੋਸ਼ੀ ਨਹੀਂ ਨਾ ਹੋ ਜਾਂਦਾ। ਕੋਈ ਵੀ ਵੀਰ ਮੇਰੇ ਨਾਲ ਸਿਕਿਉਰਿਟੀ ਕਰਨ ਆ ਸਕਦਾ ਹੈ, ਸੇਵਾ ਕਰਨ ਵਾਸਤੇ ਆ ਸਕਦਾ ਹੈ। ਉਸ ਤੋਂ ਬਾਅਦ ਉਸ ਬੰਦੇ ਦਾ ਅੱਗੇ ਭਤੀਜਾ ਡੱਗ ਵਿੱਚ ਫਸ ਜਾਂਦਾ ਤਾਂ ਇਹਦਾ ਮਤਲਬ ਉਹ ਦੋਸ਼ੀ ਨਹੀਂ ਜਾਂ ਫਿਰ ਮੈਂ ਦੋਸ਼ੀ ਨਹੀਂ ਹੋ ਜਾਂਦਾ। ਬਾਕੀ ਅੰਡਰ ਟਰਾਇਲ ਹੈ, ਜੇ ਉਹ ਬੰਦੇ ਨੇ ਗਲਤੀ ਕੀਤੀ ਹੋਏਗੀ ਉਹਦੀ ਉਹਨੂੰ ਸਜ਼ਾ ਮਿਲ ਜਾਏਗੀ, ਤੇ ਜੇ ਠੀਕ ਹੋਏਗਾ ਤਾਂ ਬਚ ਕੇ ਨਿਕਲ ਆਏਗਾ। ਇਹਦੇ ਵਿੱਚ ਆਪਾਂ ਦੋਸ਼ੀ ਨਹੀਂ ਹੁੰਦੇ। ਹਜ਼ਾਰਾਂ ਲੋਕ ਫੋਟੋਆਂ ਖਿਚਾਉਂਦੇ ਹੈ, ਆਪਾਂ ਇਕੱਲੇ ਇਕੱਲੇ ਦੀ ਇੱਦਾਂ ਥੋੜ੍ਹਾ ਕਰਦੇ ਹਾਂ ਵੀ ਤੂੰ ਕਿੱਥੋਂ ਆਇਆ ਜਾਂ ਕੱਲ੍ਹ ਨੂੰ ਤੂੰ ਕੀ ਕਰੇਗਾ, ਆਪਾਂ ਗਰੰਟੀ ਨਹੀਂ ਲੈ ਸਕਦੇ। ਮੈਂ ਆਪਣੇ ਸਕੇ ਭਰਾ ਭਤੀਜੇ ਦੀ ਵੀ ਗਰੰਟੀ ਨਹੀਂ ਲੈ ਸਕਦਾ। ਮੈਂ ਬਾਹਰਲਿਆਂ ਦੀ, ਮੈਂ ਆਪਣੀ ਗੱਲ ਕਰ ਸਕਦਾ, ਆਪਣੇ ਭਰਾ ਦੀ ਵੀ ਗੱਲ ਨਹੀਂ ਕਰ ਸਕਦਾ। ਵਿਚਾਰਾਂ ਦੇ ਮਤਭੇਦ ਲੱਖ ਹੋ ਸਕਦੇ ਨੇ, ਪਰ ਬੰਦਾ ਮਾਰਨਾ ਤਾਂ ਕਦੇ ਵੀ ਸਹੀ ਨਹੀਂ। ਕਿਸੇ ਦਾ ਬੰਦਾ ਮਾਰਨਾ ਤਾਂ ਸਹੀ ਨਹੀਂ। ਛਬੀਲ ਲਾ ਕੇ ਸ਼ਰੇਆਮ ਬੰਦਾ ਮਾਰਨਾ ਤਾਂ ਗਲਤ ਰਹੂਗਾ ਨਾ ਜੀ। ਤੇ ਆਪਾਂ ਇਦਾਂ ਦਾ ਕੋਈ ਕੰਮ ਕੀਤਾ ਅੱਜ ਤੱਕ ਨਹੀਂ ਕੀਤਾ। ਸਿੱਖ ਲੜਨਾ ਪੈਣਾ, ਆਪਾਂ ਸਟੇਜਾਂ ਵੀ ਛੱਡਤੀਆਂ, ਦੀਵਾਨ ਵੀ ਬੰਦ ਕਰਤੇ। ਮੈਂ ਆਪਣੇ ਘਰ ਬਹਿ ਗਿਆ, ਸਭ ਕੁਝ ਛੱਡ ਕੇ ਘਰ ਬੈਠ ਗਿਆ ਨਾ। ਪਰ ਇਸ ਕਰਕੇ ਇਹਨੂੰ ਅਸੀਂ ਬਰਾਬਰ ਦੀ ਲੜਾਈ ਨਹੀਂ ਕਰ ਸਕਦੇ। ਇੱਕ ਹਮਲਾਵਰ ਧਿਰ ਹੈ, ਹਮਲਾ ਕਰਦੀ ਹੈ ਬਾਰ-ਬਾਰ, ਇੱਕ ਪੀੜਤ ਧਿਰ ਹੈ ਜਿਹਦੇ ਨਾਲ ਧੱਕਾ ਕੀਤਾ ਜਾਂਦਾ। ਇੱਕ ਤਾਂ ਅਸੀਂ ਇਹਨੂੰ ਬਰਾਬਰ ਨਹੀਂ ਕਰ ਸਕਦੇ।
दूसरी गल ये है समझौता ही समझौता। मैं देखो सारे चैनलों पर बोल रहा, उस वेले की सारी सरकार मेरे को आई सी जिन्हों ने कहा सी कि भाई साहब चलो टकसाल नाल समझौता कर लो। मेरी स्टेटमेंट उदों भी ये सी ते अज भी ये है, उन्होंने स्पष्ट रूप में कहना चाहिए कि साडे तो बंदा मारन वाली गलती हुई सी, वो गलती मन लैणगे तो समझौता ही समझौता। हुण जे आपां कहीए भी अगले ने गलती भी नहीं मननी, बंदा भी मारूगा तो रणजीत सिंह जाके समझौता कर लवे, फिर इन्ना तक इन्ना नीवा नहीं होया जा सकता। हाँ वो कहण भी साथों गलती हो गई, आपां कहांगे आपां भरा भरा ठीक है तुसीं गलती है, वधिया गल है जी। हुण तां पंथक धिरां कल्लियां रह गईयां, मैं तां अलग हो गया। मैनूं तो उन्होंने कहता ना इनू सुनो ना इनू शेयर करो, मैनूं तो पंथ विच गिणदे ही नहीं, मैनूं तो पंथ का हिस्सा ही नहीं गिणदे। अकाल तख्त साहब ने कहा है भी ये तो इनू सुनिया ना जाए, इनू शेयर ना किया जाए। मैं अपने तरीके नाल अपनी गल करदा, जिहड़ा पंथ बचिया आ, जिहड़ा असल पंथ है अज, वो पंथ नूं चाहीदा कि इहदा हल करो। मैनूं तो गिणदे ही नहीं नहीं इदां दी गल, चाहे कोई भी है RSS दीयां जिहड़ियां इदां दीयां नीतियां, एक राष्ट्रवाद बनाउणा जां इक्को ही हिंदू राष्ट्र, ये ठीक नहीं गल्लां। इत्थे बहु गिणती लोग रहिंदे है, बहु धर्मी लोग रहिंदे है, वक्रे वक्रे ढंगां नाल उन्हां नूं जिउण दा हक होना चाहिए। कोई भी बंदा जिहड़ा इदां दी कट्टड़ सोच रख के बैठा है, चाहे वो कोई मोहन भागवत है तो चाहे वो कोई साडा सिख है, जिहड़ा एक नूं चाहुंदा बाकी सारे खत्म हो जाण, ये सोच ठीक है।